ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਦੀਵਾਲੀ ਦੀ ਰਾਤ ਨੂੰ ਰੋਸ਼ਨੀ ਹੀ ਰੋਸ਼ਨੀ ਨਜ਼ਰ ਆਉਂਦੀ ਹੈ। ਗਰੀਬ ਤੋਂ ਗਰੀਬ ਮਨੁੱਖ ਵੀ ਚਾਹੁੰਦਾ ਹੈ ਕਿ ਮੇਰੇ ਘਰ ਵਿੱਚ ਰੋਸ਼ਨੀ ਹੋਵੇ। ਕੁਝ ਸੱਜਣਾ ਦਾ ਵਿਚਾਰ ਹੈ ਕਿ ਦੀਵਾਲੀ ਦੀ ਉਸ ਵੇਲੇ ਮਹਾਨਤਾ ਬਣ ਗਈ ਜਦੋਂ ਰਾਮ ਰਾਵਣ ਨੂੰ ਜਿੱਤ ਕੇ ਵਾਪਸ ਅਯੋਧਿਆ ਆਏ। ਪਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਉਹ ਰਾਤ ਦੀਵਾਲੀ ਦੀ ਰਾਤ ਸੀ। ਇਸ ਦਾ ਭਾਵ ਦੀਵਾਲੀ ਇਸ ਤੋਂ ਵੀ ਪਹਿਲੇ ਪ੍ਰਸਿੱਧ ਤਿਉਹਾਰ ਸੀ। ਸੋਚਣ ਵਾਲੀ ਗੱਲ ਇਹ ਹੈ, ਉਸ ਤੋਂ ਪਹਿਲੇ ਵੀ ਲੋਕ ਇਸ ਰਾਤ ਦੀਵੇ ਜਗਾਉਂਦੇ ਸਨ ਕਿ ਨਹੀਂ। ਸਾਖੀਕਾਰਾਂ ਦਾ ਇਹ ਕਹਿਣਾ ਹੈ ਕਿ ਰਾਮ ਜਦੋਂ ਵਾਪਸ ਆਏ ਸਨ ਉਸ ਰਾਤ ਦੀਵਾਲੀ ਸੀ, ਭਾਵ ਦੀਵਾਲੀ ਪਹਿਲਾਂ ਹੀ ਪ੍ਰਸਿੱਧ ਸੀ। ਅਸਲ ਵਿੱਚ ਅਮਾਵਸ ਦੀ ਰਾਤ ਇੰਨੀ ਹਨੇਰੀ ਹੈ ਕਿ ਇਸ ਰਾਤ ਨੂੰ ਦੀਵੇ ਜਗਾਉਣੇ ਹੀ ਪੈਣਗੇ। ਦੀਵਾਲੀਆਂ ਤੋਂ ਬਿਨਾਂ ਇਸ ਰਾਤ ਨੂੰ ਦਿਸਦਾ ਹੀ ਕੁਛ ਨਹੀਂ। ਇਹ ਰਾਤ ਹੈ ਹੀ ਦੀਵਿਆਂ ਦੀ ਰਾਤ। ਮਨੁੱਖਾ ਜਨਮ ਵੀ ਮੱਸਿਆ ਦੀ ਰਾਤ ਹੈ, ਕੂੜ ਅਮਾਵਸ ਦੀ ਰਾਤ ਹੈ। ਸਤਿਗੁਰ ਕਿਰਪਾ ਕਰਕੇ ਮਨੁੱਖੀ ਹਿਰਦੇ ਵਿੱਚ ਸ਼ਬਦ ਦਾ ਦੀਵਾ ਬਾਲਦਾ ਹੈ ਤਾਂ ਕਿ ਇਹ ਮਨੁੱਖਾ ਜੀਵਨ ਦੀ ਰਾਤ ਦੀਵਾਲੀ ਦੀ ਰਾਤ ਬਣ ਜਾਂਦੀ ਹੈ। ਮੇਰੇ ਇਹ ਕਹਿਣ ਦਾ ਭਾਵ ਹੈ ਕਿ ਹਨੇਰੀ ਰਾਤ ਅਤੇ ਦੀਵਿਆਂ ਦਾ ਸੰਬੰਧ ਬਹੁਤ ਪੁਰਾਣਾ ਹੈ। ਜਦੋਂ ਤੋਂ ਮਨੁੱਖ ਨੂੰ ਰੋਸ਼ਨੀ ਕਰਨ ਦੀ ਸੋਝੀ ਹੋਈ ਹੈ, ਘੱਟੋ ਘੱਟ ਓਨਾ ਪੁਰਾਣਾ ਜ਼ਰੂਰ ਹੈ। ਸਿੱਖਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸੱਚਖੰਡ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਉਸ ਵੇਲੇ ਬਾਕਾਇਦਾ ਦੀਵਿਆਂ ਦਾ ਪੁਰਬ ਮਨਾਉਣਾ ਸ਼ੁਰੂ ਹੋ ਗਿਆ ਜਦੋਂ ਸਤਿਗੁਰ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਉਸ ਰਾਤ ਵੀ ਦੀਵਾਲੀ ਦੀ ਰਾਤ ਸੀ। ਉਸ ਤੋਂ ਬਾਅਦ ਹਰ ਸਾਲ ਦੀਵਾਲੀ ਦੀ ਰਾਤ ਇੱਥੇ ਦੀਪਮਾਲਾ ਹੁੰਦੀ ਰਹੀ ਅਤੇ ਆਤਿਸ਼ਬਾਜ਼ੀ ਦੀ ਪ੍ਰਦਰਸ਼ਨੀ ਹੁੰਦੀ ਰਹੀ। ਐਸੀ ਹੀ ਇੱਕ ਦੀਵਾਲੀ ਦੀ ਰਾਤ ਸੀ। ਲੋਕ ਆਪਣੇ ਘਰਾਂ ਵਿੱਚ ਰੋਸ਼ਨੀ ਕਰ ਰਹੇ ਸਨ, ਦੀਵੇ ਜਗਾ ਰਹੇ ਸਨ। ਚੁਰਸਤੇ ਵਿੱਚ ਇੱਕ ਬੋਹੜ ਦੇ ਰੁੱਖ ਥੱਲੇ ਇੱਕ ਥੜਾ ਸੀ ਜਿੱਥੇ ਕਈ ਲੋਕ ਆਉਂਦੇ ਜਾਂਦੇ ਬੈਠ ਜਾਂਦੇ ਸੀ। ਇੱਕ ਬ੍ਰਾਹਮਣ ਦਾ ਲੜਕਾ ਆਇਆ, ਉਹ ਇੱਥੇ ਵੀ ਇੱਕ ਦੀਵਾ ਜਗਾ ਗਿਆ। ਇੰਨੇ ਚਿਰ ਨੂੰ ਇੱਕ ਸ਼ੂਦਰ ਦਾ ਲੜਕਾ ਆਇਆ, ਉਸਨੇ ਵੀ ਇੱਕ ਦੀਵਾ ਉੱਥੇ ਲਿਆ ਕੇ ਰੱਖ ਦਿੱਤਾ। ਇਹ ਵੇਖ ਕੇ ਬ੍ਰਾਹਮਣ ਦਾ ਲੜਕਾ ਬੋਲਿਆ, ਓਏ ਚੰਡਾਲ ਦੇ ਬੱਚੇ, ਚੁੱਕ ਇੱਥੋਂ ਆਪਣਾ ਦੀਵਾ, ਜਿੱਧਰੋਂ ਆਇਆ ਹੈ ਉੱਧਰ ਹੀ ਵਾਪਸ ਚਲਾ ਜਾ। ਤੈਨੂੰ ਪਤਾ ਨਹੀਂ ਕਿ ਮੇਰੇ ਬਰਾਬਰ ਆਪਣਾ ਦੀਵਾ ਰੱਖਣ ਦਾ ਤੈਨੂੰ ਕੋਈ ਹਜੇ ਨਤੀਜਾ ਹੱਕ ਨਹੀਂ ਹੈਗਾ ਵੀ ਤੈਨੂੰ ਨਤੀਜਾ ਭੁਗਤਣਾ ਪਵੇਗਾ। ਸ਼ੂਦਰ ਨੇ ਕਿਹਾ, ਮੈਂ ਦੀਵਾ ਕਿਸੇ ਮੰਦਰ ਵਿੱਚ ਨਹੀਂ ਰੱਖਿਆ। ਮੈਂ ਸਮਝਦਾ ਕਿ ਮੰਦਰ ਵਿੱਚ ਮੈਂ ਗਿਆ ਤਾਂ ਸ਼ਾਇਦ ਸਾਰਾ ਮੰਦਰ ਸਮੇਤ ਪੁਜਾਰੀਆਂ ਦੇ ਕੀਤੇ ਭ੍ਰਿਸ਼ਟ ਨਾ ਹੋ ਜਾਣ, ਇਸ ਲਈ ਮੈਂ ਮੰਦਰ ਵਿੱਚ ਦੀਵਾ ਜਗਾਉਣ ਨਹੀਂ ਗਿਆ। ਇਸ ਥੜੇ 'ਤੇ ਸਭ ਬੈਠਦੇ ਹਨ, ਸ਼ੂਦਰ ਵੀ ਬੈਠਦੇ ਨੇ, ਇੱਥੇ ਮੇਰਾ ਦੀਵਾ ਰੱਖਿਆ ਜਾ ਸਕਦਾ। ਪਰ ਜਦੋਂ ਤਾਕਤ ਕੋਲੇ ਹੋਵੇ ਤਾਂ ਕੌਣ ਕਿਸੇ ਦੀ ਦਲੀਲਾਂ ਨੂੰ ਸੁਣਦਾ ਜਾਂ ਸੁਣ ਕੇ ਵੀ ਮੰਨਦਾ। ਬ੍ਰਾਹਮਣ ਦੇ ਲੜਕੇ ਨੇ ਫੂਕ ਮਾਰੀ ਅਤੇ ਸ਼ੂਦਰ ਦੇ ਲੜਕੇ ਦਾ ਦੀਵਾ ਬੁਝਾ ਦਿੱਤਾ। ਜੋ ਸ਼ੂਦਰ ਦਾ ਲੜਕਾ ਸੀ ਬੜਾ ਹੀ ਉਦਾਸ ਅਤੇ ਨਿਰਾਸ਼ ਹੋ ਕੇ ਖੜ੍ਹਾ ਸੀ। ਉਸਨੇ ਆਪਣਾ ਦੀਵਾ ਹੱਥ ਵਿੱਚ ਫੜਿਆ ਅਤੇ ਵਾਪਸ ਘਰ ਨੂੰ ਤੁਰ ਪਿਆ। ਬ੍ਰਾਹਮਣ ਦੇ ਲੜਕੇ ਦਾ ਦੀਵਾ ਜਗ ਰਿਹਾ ਸੀ, ਉਹ ਪ੍ਰਸੰਨ ਸੀ। ਵਾਪਸ ਤੁਰਨ ਲੱਗਿਆ ਉਸਨੇ ਕੀ ਕਿਹਾ, ਵੇਖ ਚੰਡਾਲ ਦੇ ਬੱਚੇ, ਅੱਗੇ ਵਾਸਤੇ ਐਸੀ ਗਲਤੀ ਨਾ ਕਰਨਾ। ਦੀਵਾ ਕਿਸੇ ਥੜੇ 'ਤੇ ਹੋਵੇ ਨਾ ਬ੍ਰਾਹਮਣ ਦੇ ਮੁਕਾਬਲੇ ਤੇਰਾ ਦੀਵਾ ਨਹੀਂ ਜਗ ਸਕਦਾ। ਇੰਨੀ ਗੱਲ ਕਹਿ ਕੇ ਬ੍ਰਾਹਮਣ ਦਾ ਲੜਕਾ ਆਪਣੇ ਘਰ ਨੂੰ ਚਲਾ ਗਿਆ। ਉਸ ਦੇ ਜਾਣ ਬਾਅਦ ਸ਼ੂਦਰ ਲੜਕੇ ਦੇ ਮਨ ਵਿੱਚ ਇੱਕ ਖਿਆਲ ਆਇਆ। ਉਸਨੇ ਵਾਪਸ ਆ ਕੇ ਬ੍ਰਾਹਮਣ ਦੇ ਲੜਕੇ ਦਾ ਦੀਵਾ ਬੁਝਾ ਦਿੱਤਾ। ਪਰ ਇੱਕ ਖਿਆਲ ਆਇਆ ਕਿ ਮੈਂ ਇੱਕ ਭੁੱਲ ਕਰ ਬੈਠਾ, ਮੈਂ ਤਾਂ ਜਗਦਾ ਦੀਵਾ ਵੀ ਬੁਝਾ ਦਿੱਤਾ ਅਤੇ ਮੇਰਾ ਆਪਣਾ ਦੀਵਾ ਪਹਿਲਾਂ ਹੀ ਬੁਝਿਆ, ਹੁਣ ਮੈਂ ਕੀ ਕਰਾਂ। ਆਖਰ ਹੋਰ ਕੋਈ ਚਾਰਾ ਨਾ ਵੇਖ ਕੇ ਉਸਨੇ ਕਿਹਾ ਕਿ ਹੁਣ ਮੈਂ ਬ੍ਰਾਹਮਣ ਦੇ ਬੱਚੇ ਦਾ ਦੀਵਾ ਤੋੜ ਦਿਆ ਅਤੇ ਆਪਣਾ ਦੀਵਾ ਉੱਥੇ ਰੱਖ ਦਿਆਂ। ਪਰ ਫਿਰ ਖਿਆਲ ਆਇਆ ਕਿ ਦੀਵਾ ਤੋੜਨ ਨਾਲ ਮਜ਼ਾ ਨਹੀਂ ਆਉਣਾ, ਆਨੰਦ ਤਾਂ ਬਰਾਬਰਤਾ ਦਾ। ਮੈਂ ਆਪਣੇ ਦੀਵੇ ਨੂੰ ਬ੍ਰਾਹਮਣ ਦੇ ਲੜਕੇ ਦੇ ਬਰਾਬਰ ਰੱਖ ਦਿਆਂ। ਉਸਨੇ ਐਸਾ ਹੀ ਕੀਤਾ। ਆਪਣਾ ਦੀਵਾ ਉਸ ਦੀਵੇ ਦੇ ਬਰਾਬਰ ਰੱਖ ਕੇ ਉਹ ਲੜਕਾ ਮਨ ਵਿੱਚ ਬੜਾ ਪ੍ਰਸੰਨ ਹੋ ਕੇ ਆਪਣੇ ਘਰ ਨੂੰ ਵਾਪਸ ਪਰਤਿਆ। ਉਹ ਖੁਸ਼ ਸੀ ਕਿ ਦੋਵੇਂ ਦੀਵੇ ਬਰਾਬਰ ਹੀ ਪਏ ਨੇ, ਦੋਵੇਂ ਬੁੱਝੇ ਹੋਏ ਨੇ। ਇਹ ਲੜਕਾ ਵਾਪਸ ਚਲਾ ਗਿਆ। ਵਿਚਾਰਵਾਨਾਂ ਦਾ ਖਿਆਲ ਹੈ ਕਿ ਬਿਮਾਰੀ ਦੇ ਕੀਟਾਣੂ ਬੜੇ ਸੂਖਮ ਹੁੰਦੇ ਹਨ। ਕਈ ਵਾਰ ਮਨੁੱਖ ਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਕਿਸੇ ਜੀਵ ਨੂੰ ਹੱਥ ਲਾਇਆ ਹੀ ਕਿੰਨੇ ਕੀਟਾਣੂ ਮੇਰੇ ਨਾਲ ਆ ਗਏ ਨੇ। ਇਹੀ ਹਾਲਤ ਹੈ ਉਹਨਾਂ ਦੀਵਿਆਂ ਦੀ। ਆਖਰ ਹੱਥ ਲੱਗੇ ਸੀ ਉਹ ਦੀਵਿਆਂ ਨੂੰ ਦੋਨੋਂ ਬੱਚਿਆਂ ਦੇ। ਦੋਵੇਂ ਦੀਵਿਆਂ 'ਤੇ ਅਸਰ ਹੋਣਾ ਬੜਾ ਹੀ ਜ਼ਰੂਰੀ ਸੀ।
ब्राह्मण का दीवा बोलिया, ओए शूदर दीवे तू जो साडे नाल मत्था ला के चंगा नहीं किता। शूदर ते ब्राह्मण इकट्ठे नहीं बैठ सकते, ना इकट्ठे बैठना चाहिए। तू अपनी शक्ल नहीं वेखी, तेरा रंग काला मेरा रंग गोरा, ना तेनू कोई अकल ना तेरी कोई शक्ल, तेनू अपने वाल वेख के लज्जा होनी चाहिए है। अगों शूदर दीवा बोलिया, मेरे वीर मैं तेनू पछाण लिया पर तू मैनू नहीं पछाणिया। जदों घमियार ने मिट्टी लई सी ते असी इकट्ठे सी, जदों मिट्टी गोई सी असी इकट्ठे सी, असी इक्को पेड़े विच सां। फर्क इन्ना क्यों है कि तू मेरे तो पहला चक के उतर गया ते मैं तेरे तो बाद विच उतरिया, फिर असी आवें इकट्ठे ही पक्के हैं। फिर घुमियार रंग कर लगा तो तेनू लाल रंग दिता, मैनू काला रंग दे दिता। ब्राह्मण आया तेनू खरीद के लै गया, शूदर आया मैनू खरीद के लै गया। तू ब्राह्मण के हथ विच जाण करके ब्राह्मण हो गया, मैं शूदर के हथ लगन करके शूदर हो गया। बस बाकी असी सके भरा हाँ, इक्को मिट्टी तो हाँ। की तू कबीर साहब की बाणी नहीं सुनी? पर कौन मनदा है इन्हां दलीलां नूं? ब्राह्मण दीवा बोलिया, हाँ कबीर भी शूदर सी, तू भी शूदर। कबीर दी बाणी विचों ऐसे विचार तेनों मिल जाणगे। तू जे पढ़ना ही है पढ़ ब्राह्मण दी बाणी, पर वो तेनों पढ़न दा अधिकार नहीं। पर मैं तेनों दस देना, मन समृति विच लिखिया है कि शूदर ते ब्राह्मण दी कदी भी बराबरता नहीं हो सकती। ब्राह्मण नूं शूदर दे परछावें तो भी बच के रहना चाहिए। इतनी वधीकी सुन के दीवे विचों तेल बोलिया, अपने विच पए तेल नूं ही पुछ, असी दोवें एक हाँ, इक्को दुकान तो आए हाँ। पर ब्राह्मण तेल बोलिया, भाई पुरानियां सांझां छड्ड, हुण कित्थे ब्राह्मण दे हथ कित्थे शूदर दे हथ। मैं ब्राह्मण दे हथ विच आके गंगा वांग पवित्र हाँ, पर तू शूदर दे हथ विच आके बिल्कुल ही भ्रिष्ट है। इस तो बाद रूह बोलिया कि असी दोवें एक वडेवें दे जन्मे नहीं हाँ, बत्तियां दा मुੱਲ रूह एक है। पर ब्राह्मण रूई शूदर रूई नाल कित्थे सांझ बनाउंदी है? ब्राह्मण रूई ने कहा, मैं इन्नी उच्ची हो के पतीत होने लई तैयार नहीं। ब्राह्मण ब्राह्मण है, शूदर शूदर है। ये झगड़ा हो ही रहा सी कि चंगे भागां नूं एक फकीर इत्थे आ पहुंचा। उसने इन्हां दीविआं दा झगड़ा सुनिया ते समझिया कि जो लोकां नूं राह विखाउण वाले हन वो आपस विच झगड़दे पे ने, वो आपस विच लड़ाई करदे पे ने। पर इन्हां दा झगड़ा क्यों है? इसका कारण की है? फकीर समझ गया कि झगड़े का कारण बुझे हुए दीवे हैं, हनेरे विच टकराउंदे ने, तो बिना होर कुछ है ही नहीं इन्हां कोल। उसने समझ लिया कि बुझे हुए दीवे ज्ञान की गल नहीं समझणगे। उन्होंने अपने थैले विचों माचिस कड्ढी, पहला शूदर दीवे नूं जगाया, फिर ब्राह्मण दीवे नूं पुछया, क्यों भाई हुण दस दोवां विच कौन महान है? फिर ब्राह्मण दीवे ने कहा, फकीर महान होई है जिहड़ा जगदा है। फकीर ने शूदर दीवे तो ब्राह्मण दीवे नूं जगा दिता ते एक होर काम किया कि दोहां दे मूहां नूं एक जोड़ा बना दिता। दोवें बत्तियां जुड़ गईयां, दोहां दी लाट एक हो गई। फकीर ने कहा, वेखो दोहां दी रोशनी एक हो गई है। दोहां दी रोशनी एक दूजे दे परछावें दा हनेरा भी मुका दिता। हुण पहचान करो कि किहड़ी रोशनी ब्राह्मण दी है ते किहड़ी रोशनी शूदर दी है। शूदर तां पहले ही सहमत सी। ब्राह्मण दीवे ने कहा, रोशनी तां एक है, उस विच कोई फर्क नहीं। दोहां दीविआं ने कहा, फकीरा तेरा धन्नवाद, तू सानू दो विछड़े भरावां नूं मेल दिता। विछोड़े का कारण सी अंधकार, साडा भरम, असी है एक ही जोत हाँ, असी एक सी। फकीर खुश सी कि दोवें दीविआं नूं पता लग गया कि असी एक जोत हाँ। फकीर तुरन ही लगा सी कि दोवें दीविआं ने आवाज़ दिती, हे फकीर साडी एक गल सुन के जाई। जिथे तू साडे ते किरपा कीती है, इत्थे एक होर मेहर भी करदा जा। उन्हां भले होए दो दीवे वीरां वाल भी जाई जिहड़े सानू इत्थे थड़े ते रख के गए ने। साडे कारण वो भी लड़दे सन ते उन्हां कारण असी आपस विच लड़दे पे हां। जिवें सानू बुझिआं नूं जगा दिता है, जरा उन्हां नूं भी जगा जावीं, उन्हां नूं भी जोड़ के बिठा दे। जे जुड़ के बैठ जान तां काफ़ी हद तक मनुखता दा कलेश ही मुक जाए। उन्हां नूं पता लग जाए कि असी जातां तो एवें ही लड़ रहे हैं, साडा असला एक है, साडी जोत एक है। हे फकीर साडा संदेशा उन्हां नूं देना ते कहना, जाओ जाके जगियां दीविआं नूं वेख लो।
ਉਹ ਕਿੰਨੇ ਪ੍ਰਸੰਨ ਹਨ। ਉਹਨਾਂ ਨੂੰ ਕਹਿਣਾ ਕਿ ਇੱਕ ਵਾਰ ਆ ਕੇ ਸਾਨੂੰ ਵੇਖ ਜਾਣ, ਉਹਨਾਂ ਨੂੰ ਵੀ ਕੁਝ ਅਕਲ ਮੱਤ ਆ ਜਾਵੇਗੀ। ਦੀਵੇ ਬੇਸ਼ੱਕ ਦੋ ਹਾਂ, ਜੋਤ ਤਾਂ ਇੱਕ ਆ। ਹੇ ਫਕੀਰ, ਤੂੰ ਜਗ ਦਾ ਦੀਵਾ ਹੈ, ਤੇਰੇ ਵਿੱਚ ਸਮਰੱਥ ਹੈ। ਤੂੰ ਬੁੱਝੇ ਹੋਏ ਦੀਵਿਆਂ ਨੂੰ ਜਗਾ ਸਕਦਾ, ਤੂੰ ਸਮਝਾ ਸਕਦਾ, ਤੂੰ ਵਿਖਾ ਸਕਦਾ ਕਿ ਦੋਵੇਂ ਦੀਵੇ ਹਨ ਪਰ ਜੋਤ ਇੱਕ ਹੈ। ਤੇਰੇ ਵਿੱਚ ਸਮਰੱਥ ਹੈ। ਤੈਨੂੰ ਪਰਮਾਤਮਾ ਨੇ ਇਸੇ ਲਈ ਭੇਜਿਆ ਕਿ ਤੂੰ ਬੁੱਝੇ ਹੋਏ ਦੀਵੇ ਜਗਾਵੇਂ, ਉਹਨਾਂ ਨੂੰ ਇਹ ਅਸਲੀਅਤ ਵਿਖਾਵੇਂ